The question is it is better for children to grow up in the countryside area than in big cities. Do you agree? What are the advantages and disadvantages of that? दो क्वेश्चन मैंने गिवन है ਇਹਦੇ ਵਿੱਚ एक क्वेश्चन मैंने गिवन है डू यू एग्री वाला ठीक है फिर गिवन है एडवांटेजेस एंड डिसएडवांटेजेस ऑफ दिस स्टेटमेंट च भी पहला गिवन है दो ऑप्शंस कंट्रीसाइड एरिया ते बिग सिटीज कंपैरिजन वाली स्टेटमेंट है ठीक है ਜਿਹੜਾ ਆਪਾਂ ਕੱਲ ਕੁਐਸਚਨ ਕੀਤਾ ਸੀਗਾ ਰੈਂਟਿੰਗ ਹੋਮ ਵਾਲਾ ਉੱਤੇ ਜਦੋਂ ਲਾਸਟ ਕੁਐਸਚਨ ਸੀਗਾ ਸਿੰਪਲੀ ਉੱਥੇ ਕੁਐਸਚਨ ਗਿਵਨ ਸੀ ਵਾਟ ਆਰ ਦ ਐਡਵਾਂਟੇजेस ਐਂਡ ਡਿਸਐਡਵਾਂਟੇजेस ਆਫ ਰੈਂਟਿੰਗ ਅ ਹੋਮ ਠੀਕ ਹੈ ਉੱਥੇ ਦਿਸ ਦੀ ਜਗ੍ਹਾ ਤੇ ਆਫ ਰੈਂਟਿੰਗ ਅ ਹੋਮ ਲਿਖਿਆ ਸੀਗਾ ਹੁਣ ਇੱਥੇ ਦੇਸ਼ ਇੱਥੇ ਕੀ ਹੈ ਕੰਪੈਰੀਜ਼ਨ ਕੰਟਰੀਸਾਈਡ ਏਰੀਆ ਤੇ ਬਿਗ ਸਿਟੀਜ਼ ਦਾ ਕੰਪੈਰੀਜ਼ਨ ਆਪਾਂ ਨੂੰ ਹੁਣ ਦੋਨਾਂ ਦੇ ਹੀ ਐਡਵਾਂਟੇਜ ਡਿਸਐਡਵਾਂਟੇਜ ਸੋਚ ਸਮਝ ਕੇ ਲਿਖਣੇ ਪੈਣਗੇ ਉਹ ਡਿਪੈਂਡ ਕਰੇਗਾ ਫਸਟ ਕੁਐਸਚਨ ਦਾ ਤੁਸੀਂ ਆਨਸਰ ਕੀ ਕਰਦੇ ਹੋ ਡੂ ਯੂ ਐਗਰੀ ਦਾ ਕੁਐਸਚਨ ਦਾ ਆਨਸਰ ਤੁਸੀਂ ਕੀ ਕਰਦੇ ਹੋ ਠੀਕ ਹੈ ਹੁਣ ਇੱਕ ਸਾਈਡ ਤੇ ਮੈਂ ਲਿਖ ਦਿੰਦਾ ਪਹਿਲਾਂ ਐਗਰੀ ਹੁਣ ਸਟੇਟਮੈਂਟ ਨੂੰ ਛੱਡ ਦੋ ਸਟਰਕਚਰ ਸਮਝਣਾ ਆਪਾਂ ਸਿਰਫ ਐਸੇ ਦਾ ਅੱਜ ਸਟਰਕਚਰ ਦੇ ਉੱਪਰ ਫੋਕਸ ਕਰਨਾ ਵੀ ਕੋਈ ਇਦਾਂ ਦਾ ਐਸੇ ਆ ਜਾਏ ਤੇ ਉਹਨੂੰ ਕਿਸ ਤਰੀਕੇ ਨਾਲ ਫੋਲੋ ਅਪ ਕਰਨਾ ਠੀਕ ਹੈ ਸਪੋਜ਼ ਤੁਸੀਂ ਪਹਿਲਾਂ ਇਹਦੇ ਨਾਲ ਐਗਰੀ ਕਰਦੇ ਪਏ ਹੋ ਯੈਸ ਵੀ ਤੁਸੀਂ ਐਗਰੀ ਹੋ ਇਸ ਸਟੇਟਮੈਂਟ ਦੇ ਨਾਲ ਵੀ ਉਹਨਾਂ ਨੂੰ ਜਿਹੜੇ ਕੰਟਰੀ ਸਾਈਡ ਦੇ ਵਿੱਚ ਰਹਿਣ ਦਾ ਫਾਇਦਾ ਆ ਰਾਦਰ ਦੈਨ ਬਿਗ ਸਿਟੀਜ਼ ਦੇ ਵਿੱਚ ਠੀਕ ਹੈ ਉਸ ਕੇਸ ਦੇ ਵਿੱਚ ਇੰਟਰੋ ਉਸੇ ਤਰੀਕੇ ਨਾਲ ਬਣੂਗੀ ਠੀਕ ਹੈ ਸੇਮ ਜਿੱਦਾਂ ਆਪਾਂ ਬਣਾਉਂਦੇ ਆ ਬਟ ਜਿਹੜਾ ਬਾਡੀ ਪੈਰਾਗ੍ਰਾਫ 1 ਹੈ ਇਹਦੇ ਵਿੱਚ ਕੀ ਲਿਖਣਾ ਹੁਣ ਸਪੋਜ਼ ਕੰਟਰੀ ਸਾਈਡ ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਕੰਟਰੀ ਸਾਈਡ ਦੇ ਵਿੱਚ ਰਹਿਣ ਦਾ ਫਾਇਦਾ ਆ ਠੀਕ ਹੈ ਇੱਥੇ ਆਪਾਂ ਕੰਟਰੀ ਸਾਈਡ ਏਰੀਆ ਦੇ ਦੋ ਐਡਵਾਂਟੇजेस ਦੱਸਾਂਗੇ ठीक है बॉडी पैराग्राफ 1 ਦੇ ਵਿੱਚ ਤੇ ਬॉडी ਪੈਰਾਗ੍ਰਾਫ 2 ਦੇ ਵਿੱਚ ਆਪਾਂ ਬਿਗ ਸਿਟੀ ਦਾ ਇੱਕ ਜਾਂ ਦੋ ਡਿਸਐਡਵਾਂਟੇजेस ਹਨ ਕਨਕਲੂਜਨ ਫਿਰ ਉਸੇ ਤਰੀਕੇ ਨਾਲ ਬਣੇਗਾ ਜਿੱਦਾਂ ਬਣਾਉਂਦੇ ਆ ਇਹ ਸਟਰਕਚਰ ਆ ਇਹਦਾ ਐਸੇ ਦਾ ਹੁਣ ਇਹਦੇ ਵਿੱਚ ਆਪਾਂ ਕੀਤਾ ਕੀ ਆ ਆਪਾਂ ਅੱਗੇ ਆਪਾਂ ਸਿੰਪਲੀ ਐਸੇ ਚ ਕੀ ਕਰਦੇ ਸੀਗੇ ਵੀ ਇੱਕੋ ਸਟੇਟਮੈਂਟ ਸਪੋਜ਼ ਕੰਟਰੀ ਸਾਈਡ ਗਿਵਨ ਆ ਬॉडी ਪੈਰਾਗ੍ਰਾਫ 1 ਦੇ ਵਿੱਚ ਉਹਦੇ ਆਪਾਂ ਐਡਵਾਂਟੇਜ ਲਿਖ ਦਿੰਦੇ ਸੀ ਤੇ ਬॉडी ਪੈਰਾਗ੍ਰਾਫ 2 ਦੇ ਵਿੱਚ ਆਪਾਂ ਉਹਦੇ ਡਿਸਐਡਵਾਂਟੇਜ ਲਿਖ ਦਿੰਦੇ ਸੀ ਸੇਮ ਚੀਜ਼ ਦੇ ਬਟ ਇੱਥੇ ਆਪਾਂ ਕੀ ਕਰਦੇ ਪਏ ਆ ਕੰਟਰੀ ਸਾਈਡ ਏਰੀਆ ਦੇ ਕੰਟਰੀ ਸਾਈਡ ਐਡਵਾਂਟੇਜ ਲਿਖਦੇ ਪਏ ਆ ਤੇ ਬਿਗ ਸਿਟੀ ਦਾ ਡਿਸਐਡਵਾਂਟੇਜ ਲਿਖਦੇ ਪਏ यानी कि एडवांटेज डिसएडवांटेज आपस में कंपेयर नहीं हो रहे एडवांटेज अलग चीज लिखे जा रहे हैं ठीक है एडी एडवांटेज आ कंट्री साइड दे आ जेडे डिसएडवांटेज आ वो बिग सिटी दे क्लियर है ना चीज यस यस हुण सपोज तुसी डिसएग्री करदे हो ऊपर वाली स्टेटमेंट दे नाल भी उन्होंने कंट्री साइड ਦੇ ਵਿੱਚ ਰਹਿਣ ਦਾ ਇੰਨਾ ਫਾਇਦਾ ਨਹੀਂ ਹੈਗਾ ਬਿਗ ਸਿਟੀਜ਼ ਦੇ ਵਿੱਚ ਰਹਿਣ ਦਾ ਜ਼ਿਆਦਾ ਫਾਇਦਾ ਹੋਊਗਾ ਇੰਟਰੋ ਸੇਮ इंट्रो सेम होगी ठीक है बॉडी पैराग्राफ 1 कंट्री साइड दे डिसएडवांटेज बिग सिटी दे एडवांटेज कंट्री साइड दा डिसएडवांटेज दो बिग सिटी दा एडवांटेज कन्क्लूजन क्लियर है इथों इन्ना हां जी सर इस ऐसे ਨੂੰ याद रखियो भी जे ਆਪਾਂ एग्री करते पे हां ते जो भी स्टेटमेंट है ਉਹਦੇ ਦੋ एडवांटेज
ਹੁਣ ਇਹਨੂੰ ਜੇ ਆਪਾਂ ਸਿੰਪਲੀ ਕਲੱਬ ਕਰਕੇ ਲਿਖ ਲਈਏ, ਇਨ ਕੇਸ ਆਫ ਐਗਰੀ ਗਿਵਨ ਸਟੇਟਮੈਂਟ ਦੇ ਜਿਹਦੇ ਵਿੱਚ ਪੋਜ਼ਿਟਿਵ ਹੈ, ਯਾਨੀ ਕਿ ਜਿਹੜੀ ਸਟੇਟਮੈਂਟ ਪੋਜ਼ਿਟਿਵ ਆ ਉਹਦੇ ਐਡਵਾਂਟੇਜ ਦੋ, ਠੀਕ ਹੈ। ਤੇ ਜਿਹੜੀ ਸਟੇਟਮੈਂਟ ਹੈ ਨੈਗੇਟਿਵ ਉਹਦੇ ਡਿਸਐਡਵਾਂਟੇਜ ਦੋ। ਤੇ ਜੇ ਆਪਾਂ ਡਿਸਐਗਰੀ ਕਰਦੇ ਪਏ ਆ, ਇਹ ਤੋਂ ਉਲਟ ਕਰ ਦੇਣਾ ਆਪਾਂ। ਠੀਕ ਆ, ਹੁਣ ਇਹਨੂੰ ਯਾਦ ਰੱਖਣ ਦਾ ਮੈਥਡ ਆ, ਇੱਕੋ ਚੀਜ਼ ਯਾਦ ਰੱਖਿਓ, ਸਿਰਫ ਆ ਵਾਲੀ। ਜੇ ਆਪਾਂ ਦੋਵੇਂ ਯਾਦ ਰੱਖਾਂਗੇ ਤੇ ਕਈ ਵੇਲੇ ਕਨਫਿਊਜ਼ਨ ਹੋ ਜੂਗੀ, ਭੁੱਲ ਜਾਂਦਾ। ਇੱਕੋ ਚੀਜ਼ ਯਾਦ ਰੱਖਣੀ ਆ ਵੀ ਜੇ ਐਗਰੀ ਆ ਤੇ ਐਡਵਾਂਟੇਜ ਦੋ ਲਿਖਣੇ ਆ ਉੱਪਰ ਵਾਲੇ ਦੇ ਪੋਜ਼ਿਟਿਵ ਸਟੇਟਮੈਂਟ ਦੇ, ਤੇ ਜੇ ਨੈਗੇਟਿਵ ਸਟੇਟਮੈਂਟ ਦੇ ਡਿਸਐਡਵਾਂਟੇਜ ਲਿਖਣੇ ਦੋ। ਕਲੀਅਰ ਆ ਹੁਣ ਸਾਰਿਆਂ ਨੂੰ ਇੰਨਾ ਕੁ? Yes, sir. ਓਕੇ। ਹੁਣ ਆਪਾਂ ਐਸੇ ਲਿਖਣਾ ਸਟਾਰਟ ਕਰ ਦਈਏ। ਹੁਣ ਆਪਣੇ ਪੁਆਇੰਟਸ ਬਣਾਓ ਵੀ ਕੀ ਪੁਆਇੰਟਸ ਬਣ ਸਕਦੇ ਆ। ਇੱਕ ਸਾਈਡ ਤੇ ਪਹਿਲਾਂ ਆਪਾਂ ਕੰਟਰੀ ਦੀ ਸਾਈਡ ਦੇ ਐਡਵਾਂਟੇਜ ਡਿਸਐਡਵਾਂਟੇਜ ਲਿਖਦੇ ਆ, ਫਿਰ ਬਿਗ ਸਿਟੀ ਦਾ ਐਡਵਾਂਟੇਜ ਡਿਸਐਡਵਾਂਟੇਜ ਲਿਖਦੇ ਆ, ਦੈਨ ਆਪਾਂ ਡਿਸਾਈਡ ਕਰਾਂਗੇ ਵੀ ਐਗਰੀ ਕਰਨਾ ਜਾਂ ਡਿਸਐਗਰੀ ਕਰਨਾ। ਹਾਂਜੀ ਬੋਲੋ ਹੁਣ, ਕੀ ਐਡਵਾਂਟੇਜ ਕੀ ਡਿਸਐਡਵਾਂਟੇਜ ਕਿਹਦਾ ਆ ਸਕਦਾ? Sir, peaceful environment ਹੁੰਦਾ countryside. Less pollution. No pollution. ਇਸ ਗੱਲ ਦਾ ਧਿਆਨ ਰੱਖਿਓ ਵੀ ਬੱਚਿਆਂ ਨੂੰ ਗਰੋ ਅਪ ਕਰਨ ਦਾ ਫਾਇਦਾ ਲਿਖਣਾ ਆਪਾਂ, ਕੰਟਰੀ ਸਾਈਡ ਏਰੀਆ ਤੇ ਬਿਗ ਸਾਈਡ ਏਰੀਆ ਦਾ ਐਡਵਾਂਟੇਜ ਨਹੀਂ ਲਿਖਣਾ। ਨਾਲ ਬੱਚਿਆਂ ਨੂੰ ਕੰਸੀਡਰ ਕਰਨਾ ਵੀ ਉਹਨਾਂ ਨੂੰ ਗਰੋ ਕਰਨ ਦਾ ਕੀ ਫਾਇਦਾ ਹੋਊਗਾ, ਠੀਕ ਆ। ਜੇ ਆਪਾਂ ਲਿਖਦੇ ਪਏ ਹਾਂ ਪੀਸਫੁਲ ਇਨਵਾਇਰਨਮੈਂਟ, ਲੈਸ ਪੋਲਿਊਸ਼ਨ, ਤੇ ਉਹਨਾਂ ਦੀ ਹੈਲਥ ਵਧੀਆ ਰਹੂਗੀ, ਇਹ ਚੀਜ਼ ਨਾਲ ਦੱਸਣੀ ਜ਼ਰੂਰੀ ਆ, ਠੀਕ ਆ। ਜੇ ਮੈਂ ਸਿੰਪਲੀ ਲਿਖ ਦਿੰਦਾ ਵੀ ਪੀਸਫੁਲ ਇਨਵਾਇਰਨਮੈਂਟ ਆ, ਉੱਥੇ ਪੋਲਿਊਸ਼ਨ ਬਹੁਤ ਘੱਟ ਆ, ਬਟ ਬੱਚਿਆਂ ਦਾ ਜ਼ਿਕਰ ਨਹੀਂ ਕਰਦਾ ਜਾਂ ਉਹਨਾਂ ਦੇ ਗਰੋ ਹੋਣ ਦਾ ਕੀ ਫਾਇਦਾ ਹੋ ਰਿਹਾ ਇਹ ਨਹੀਂ ਜ਼ਿਕਰ ਕਰਦਾ, ਇਟ ਮੀਨਸ ਮੈਂ ਆਪਣਾ ਜਿਹੜਾ ਪੂਰੀ ਜਿਹੜੀ ਟਾਸਕ ਸਟਰਕਚਰ ਆ ਤੇ ਟਾਸਕ ਰਿਸਪੌਂਸ ਆ ਉਹਨੂੰ ਕਲੀਅਰਲੀ ਰੱਖਦਾ, ਠੀਕ ਆ। Peaceful environment ਨਾਲ ਉਹ study concentrate ਕਰ ਸਕਦੇ ਆ। ਹਾਂਜੀ, ਇਦਾਂ ਦੀ ਚੀਜ਼ਾਂ ਨਾਲ ਦੱਸਣੀਆਂ ਪੈਣੀਆਂ। ਹੋਰ ਬੋਲੋ ਹੁਣ। ਬੋਲੋ ਐਡਵਾਂਟੇजेस ਡਿਸਐਡਵਾਂਟੇजेस। ਰਜਿੰਦਰ ਤੁਸੀਂ ਬੋਲੋ ਅੱਜ। ਸਰ ਬਿਗ ਸਿਟੀ ਦੇ ਵਿੱਚ ਐਡਵਾਂਟੇਜ ਆ ਸਕਦਾ ਕਿ ਉਹ ਚੰਗੇ ਸਕੂਲਾਂ ਕਾਲਜਾਂ ਵਿੱਚ ਪੜ੍ਹ ਸਕਦੇ ਆ, ਬਿਗ ਸਿਟੀ ਦੇ ਵਿੱਚ ਚੰਗੇ ਸਕੂਲ। और बिग सिटी ट्रांसपोर्ट फैसिलिटीज मिल सकती क्योंकि कॉलेज स्कूल कॉलेजेस भी जा सकते ਉੱਥੇ। ਡਿਸਐਡਵਾਂਟੇਜ ਇਹ ਆ ਸਕਦਾ ਕਿ ਆਪਣੇ ਪੇਰੈਂਟਸ ਤੋਂ ਦੂਰ ਹੋ ਸਕਦੇ ਆ,
ਕਿਉਂਕਿ ਜੇ ਬਿਗ ਸਿਟੀ ਵਿੱਚ ਪੜ੍ਹਨ ਜਾਣਗੇ ਤੇ ਉਹ ਆਪਣੇ ਮਾਂ ਪਿਓ ਤੋਂ ਦੂਰ ਹੋਣਗੇ। ਸਰ ਬਿਜ਼ੀ ਲਾਈਫ ਸਟਾਈਲ ਮਾਂ ਪਿਓ ਦਾ ਜੌਬਸ ਦੇ ਵਿੱਚ, ਤੇ ਉਹ ਆਪਣੇ ਚਿਲਡਰਨ ਨੂੰ ਟਾਈਮ ਨਹੀਂ ਦੇ ਪਾ ਰਹੇ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਸਰ ਓਕੇ ਡਿਸਐਡਵਾਂਟੇਜ ਇਹਦਾ ਵੀ ਨਾ। ਯੈਸ ਸਰ ਇਟ ਇਜ਼ ਸਰ ਉੱਥੇ ਪੋਲਿਊਸ਼ਨ ਹੀ ਹੈਲਥ ਦੇ ਅਸਰ ਦਾ ਇਫੈਕਟ ਪੈ ਸਕਦਾ। lifestyle or from more pollution, health deteriorate। ਸਰ ਬਿਗ ਸਿਟੀ ਦੇ ਵਿੱਚ ਫਿਰ ਉਹਨਾਂ ਨੂੰ ਸਟੱਡੀ ਵੀ ਜਿਹੜੀ ਆ ਐਕਸਪੈਂਸਿਵ ਹੋਏਗੀ ਥੋੜੀ ਜਿਹੀ। ਸਾਰਾ ਕੁਝ ਐਕਸਪੈਂਸਿਵ ਹੋ ਸਕਦਾ। ਹਾਂਜੀ ਸਟੱਡੀ ਹੈਲਥ ਵਾਸਤੇ ਜੋ ਵੀ ਕੋਈ ਟ੍ਰੀਟਮੈਂਟ ਕਰਾਉਣਾ, ਹਾਂਜੀ ਟ੍ਰਾਂਸਪੋਰਟ, ਸਭ ਕੁਝ ਅਸੀਂ ਲਿਖਤਾ ਸਿੰਪਲ। ਹੁਣ ਇਹ ਵਾਲਾ ਪੁਆਇੰਟ ਇੱਥੇ ਆ ਵੀ ਨਹੀਂ ਸਕਦਾ ਐਕਸਪੈਂਸਿਵ ਵਾਲਾ, ਕਿਉਂਕਿ ਆਪਾਂ ਫੋਕਸ ਕਰਨਾ ਉਹ ਗਰੋ ਅਪ ਕਿੱਦਾਂ ਗਰੋ ਕਰਦੇ, ਕੀ ਫਾਇਦੇਮੰਦ ਉਹਨਾਂ ਲਈ, ਕੀ ਨੁਕਸਾਨਦਾਇਕ ਹੈ। ਐਕਸਪੈਂਸਿਸ ਉਹਨਾਂ ਨੇ ਪੇ ਨਹੀਂ ਕਰਨੇ ਨਾ, ਹਾਂਜੀ ਉਹਦੇ ਪੇਰੈਂਟਸ ਨੇ ਕਰਨੇ ਆ। ਸੋ ਆਪਾਂ ਇਹ ਚੀਜ਼ ਐਲੀਮੀਨੇਟ। ਹੈਲਥ ਹੋਰ ਕੋਈ ਸਰ ਕੰਟਰੀ ਸਾਈਡ ਦਾ ਡਿਸਐਡਵਾਂਟੇਜ ਇਹੋ ਹੀ ਆ ਵੀ ਇੱਥੇ ਫੈਸਿਲਿਟੀਜ਼ ਬਹੁਤ ਘੱਟ ਹੁੰਦੀਆਂ। ਨਾ ਸਕੂਲ ਹੁੰਦੇ ਠੀਕ, ਨਾ ਹਸਪੀਟਲ, ਮੈਡੀਸਿਨ ਦੀ ਜ਼ਰੂਰਤ ਪਵੇ। less modern facilities, a lack in knowledge। ਜਿਹੜੀ ਨਵੀਆਂ ਮਾਡਰਨ ਫੈਸਿਲਿਟੀਜ਼ ਘੱਟ ਹੋਣ ਕਰਕੇ ਹੋ ਸਕਦਾ ਨੌਲੇਜ ਦੇ ਵਿੱਚ। ਹੋਰ ਕੋਈ ਚੀਜ਼ ਜਿਮ ਵਗੈਰਾ ਵੀ ਵੱਡੇ ਕੰਟਰੀ ਬਿਗ ਸਿਟੀਜ਼ ਹੁੰਦੀਆਂ ਨੇ, ਕੰਟਰੀ ਸਾਈਡ ਦੇ ਘੱਟ ਹੀ ਹੁੰਦੀਆਂ ਜਿਮ ਵਗੈਰਾ ਫੈਸਿਲਿਟੀਜ਼। ਤੇ ਮੋਰ ਟਰਾਂਸਪੋਰਟ ਦੀ ਜਗ੍ਹਾ ਫਿਰ ਮੋਰ ਫੈਸਿਲਿਟੀਜ਼ ਹੀ ਲਿਖ ਦਿੰਦਾ। ਯੈਸ ਸਰ better growth and up to date with the world। ਠੀਕ ਹੈ, ਹੁਣ ਆਪਾਂ ਇਹ ਸਾਰੀ ਚੀਜ਼ਾਂ ਲਿਖ ਲਈਆਂ। ਹਾਂਜੀ ਕੰਟਰੀ ਸਾਈਡ ਦਾ ਡਿਸਐਡਵਾਂਟੇਜ ਇਹ ਵੀ ਆ ਸਕਦਾ ਕਿ ਉਹ ਮਤਲਬ ਵੀ ਬਿਗ ਸਿਟੀ ਦੇ ਵਿੱਚ ਚੰਗੇ ਲੋਕਾਂ ਨਾਲ ਮਿਲਣਗੇ, ਵੱਡੇ ਲੋਕਾਂ ਨਾਲ ਮਿਲਣਗੇ, ਤੇ ਜਿਹੜੇ ਉਹਨਾਂ ਨੂੰ ਕੰਟਰੀ ਸਾਈਡ ਵਿੱਚ ਉਹ ਪੀਪਲ ਨਾਲ ਨਹੀਂ ਮਿਲ ਸਕਦੇ ਜਾਂ ਉਹਨਾਂ ਨੂੰ ਡੀਲ ਕਰਨੀ ਨਹੀਂ ਆਉਂਦੀ ਹੋਵੇਗੀ। ਨਹੀਂ ਇਹ ਨਹੀਂ ਆਊਗਾ, ਉਹਦੇ ਵਿੱਚ ਆਪਾਂ ਇਹ ਚੀਜ਼ ਲਿਖੀ ਹੈ ਵੀ ਹਾਂ ਜ਼ਿਆਦਾ ਫੈਸਿਲਿਟੀ, ਸਕੂਲ ਐਜੂਕੇਸ਼ਨ ਵਧੀਆ ਵਾ, ਉੱਥੇ ਟੀਚਰ ਜ਼ਿਆਦਾ ਵਧੀਆ ਹੋਣਗੇ, ਉੱਥੇ ਫੈਸਿਲਿਟੀਜ਼ ਜ਼ਿਆਦਾ ਵਧੀਆ ਹੋਣਗੀਆਂ, ਇਕਵਿਪਮੈਂਟ, ਪ੍ਰੈਕਟੀਕਲ, ਇਹ ਸਾਰੀਆਂ ਚੀਜ਼ਾਂ ਜ਼ਿਆਦਾ ਵਧੀਆ ਹੋਣਗੀਆਂ। ਠੀਕ ਹੈ, ਲੋਕਾਂ ਦੇ ਯੂਜ਼ਰ ਫ੍ਰੈਂਡਲੀ এনवायरमेंट ਸਰ ਹੋ ਸਕਦਾ ਪੁਆਇੰਟ ਐਡ ਕਿੱਥੇ ਕੰਟਰੀ ਸਾਈਡ 'ਚ? ਹਾਂਜੀ ਸਰ, ਕਿ ਜਿੱਦਾਂ ਜਿਹੜੇ ਹੁੰਦੇ ਨੇ ਬੱਚੇ ਹੁੰਦੇ ਨੇ, ਯੂਜ਼ਰ ਫ੍ਰੈਂਡਲੀ এনवायरमेंट ਜਦੋਂ ਉਹ ਵਿਚਰਦੇ ਨੇ ਤੇ ਸਰ ਉਹਨਾਂ ਦੀ ਜਿਹੜੀ ਥਿੰਕਿੰਗ ਹੁੰਦੀ ਉਹ ਚੇਂਜ ਹੋ ਜਾਂਦੀ, ਮਤਲਬ ਵਧੀਆ ਥਿੰਕਿੰਗ ਹੁੰਦੀ ਹੈ ਵੀ ਹਰ ਇੱਕ ਨਾਲ ਬਣਾ ਕੇ ਰੱਖਣੀ। ਬਟ ਬਿਗ ਸਿਟੀਜ਼ ਦੇ ਵਿੱਚ ਸਾਰੇ ਆਪਾਂ ਆਪਣੇ ਸ਼ਡਿਊਲ 'ਚ ਬਿਜ਼ੀ ਹੁੰਦੇ ਨੇ ਤੇ ਉਹ ਜਿਹਾ ਯੂਜ਼ਰ ਫ੍ਰੈਂਡਲੀ এনवायरमेंट ਉਹਨਾਂ ਨੂੰ ਮਿਲ ਨਹੀਂ ਪਾਉਂਦਾ ਸਰ। ਦੱਸਦੇ ਪਏ ਉਹ ਵੀ ਉਹਨਾਂ ਦਾ ਕਿੱਦਾਂ ਦੇ ਉੱਥੇ ਹੈ ਨੇ ਰੋ, ਆਪਾਂ ਦੱਸਣਾ ਵੀ ਇਹਨਾਂ ਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੈ, ਜਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਦੱਸ ਸਕਦੇ ਹੋ ਵੀ ਉੱਥੇ ਜੇ ਡਿਵੈਲਪਮੈਂਟ ਹੋਣ ਦਾ ਫਾਇਦਾ ਆ ਵੀ ਉਹਨਾਂ ਨੂੰ ਮੋਰਲ ਵੈਲਿਊਜ਼ ਜ਼ਿਆਦਾ ਹੁੰਦੀਆਂ ਨੇ, ਜਾਂ ਫਿਰ ਉਹ ਫਰੈਂਡਲੀ ਨੇਚਰ ਦੇ ਹੁੰਦੇ ਆ, ਸਾਰਿਆਂ ਨਾਲ ਮਿਲ ਜੁਲ ਕੇ ਰਹਿੰਦੇ ਆ, ਹੈਲਪਫੁਲ ਹੁੰਦੇ ਆ। ਤੇ ਬਿਗ ਸਿਟੀਜ਼ ਦੇ ਵਿੱਚ ਗਰੋਥ ਜਿਨ੍ਹਾਂ ਦੀ ਹੋਈ ਆ ਉਹ ਜਿਹੜੇ ਜ਼ਿਆਦਾਤਰ ਆ ਆਪਣੇ ਕੰਮ ਦੇ ਨਾਲ ਕੰਮ ਰੱਖਣਾ ਪਸੰਦ ਕਰਨਗੇ।
ਇਨ ਫਿਊਚਰ ਹੋਊਗਾ ਹਰੇ। ਸਰ ਉੱਥੇ ਕੰਟਰੀ ਸਾਈਡ ਵਿੱਚ ਫਰੈਸ਼ ਫੂਡ, ਫਰੂਟਸ, ਵੈਜੀਟੇਬਲਸ ਪ੍ਰੋਵਾਈਡ ਹੋਣਗੇ ਤੇ ਬਿਗ ਸਿਟੀ ਵਿੱਚ ਫਰੂਟ ਫਰੈਸ਼ ਨਹੀਂ ਮਿਲੇਗਾ। ਹਾਂ ਉਹ ਬੱਚੇ ਦੀ ਹੈਲਪ ਤੇ ਨਹੀਂ, ਇਹ ਵੀ ਨਹੀਂ ਆ ਸਕਦਾ, ਸਭ ਕੁਝ ਅਵੇਲੇਬਲ ਹੁੰਦਾ ਹੁਣ। ਮੋਰਲ ਵੈਲਿਊ ਵਾਲਾ ਆ ਸਕਦਾ ਕੰਟਰੀ ਸਾਈਡ ਦੇ ਵਿੱਚ। ਮੋਰਲ ਵੈਲਿਊਜ਼ ਆ ਸਕਦੇ ਆਪਾਂ ਫੂਡ ਫਰੂਟ ਦਾ ਨਹੀਂ ਲਿਖ ਸਕਦੇ ਕਿਉਂਕਿ ਬਿਗ ਸਿਟੀਜ਼ ਦੇ ਵਿੱਚ ਵੀ ਅਵੇਲੇਬਲ ਹੁੰਦਾ ਸਭ ਕੁਝ ਹੁਣ। ਚਲੋ ਹੁਣ ਆਪਾਂ ਬਸ ਕਰਦੇ ਹਾਂ, ਸਮ ਅਪ ਕਰਦੇ ਹਾਂ ਇਹਨੂੰ। ਕੰਟਰੀ ਸਾਈਡ ਤੇ ਆਰਗੈਨਿਕ ਵੈਜੀਟੇਬਲਸ ਵੀ ਮਿਲ ਜਾਂਦੀਆਂ ਉਹਨਾਂ ਦੇ। ਬਿਗ ਸਿਟੀਜ਼ 'ਚ ਵੀ ਮਿਲ ਜਾਂਦੀਆਂ, ਬਿਗ ਸਿਟੀਜ਼ ਦੇ ਵਿੱਚ ਜ਼ਿਆਦਾ ਮਿਲਦੀਆਂ ਆਰਗੈਨਿਕ ਵੈਜੀਟੇਬਲਸ। ਸਪੈਸ਼ਲ ਫਾਰਮਸ ਤੇ ਸਪੈਸ਼ਲ ਮਾਰਕੀਟਸ ਹੁੰਦੀਆਂ ਜਿਹੜੀ ਕੰਸੈਂਟਰੇਟ ਕਰਦੀਆਂ ਇਹਨਾਂ ਨੂੰ ਹੀ, ਬਟ ਕੰਟਰੀ ਸਾਈਡ ਏਰੀਆ ਦੇ ਵਿੱਚ ਉਹ ਸਿਰਫ ਆਪਣੇ ਲਈ ਹੀ ਗਰੋ ਹੁੰਦੀਆਂ। ਇਹਨੂੰ ਸਮ ਅਪ ਕਰਦੇ ਹਾਂ ਹੁਣ ਆਪਾਂ, ਦੇਖਦੇ ਹਾਂ ਵੀ ਲਿਖਿਆ ਕੀ ਆਪਾਂ। ਪੀਸਫੁਲ ਇਨਵਾਇਰਨਮੈਂਟ, ਫੋਕਸ ਔਨ ਸਟੱਡੀ, ਲੈਸ ਪੋਲਿਊਸ਼ਨ, ਗ੍ਰੇਟ ਹੈਲਥ, ਮੋਰ ਵੈਲਿਊਜ਼, ਲੈਸ ਮਾਡਰਨ ਫੈਸਿਲਿਟੀਜ਼ ਮੇ ਲੈਕ ਇਨ ਨੌਲੇਜ। ਹੁਣ ਆਪਾਂ ਜਦੋਂ ਲਿਖਣਾ ਆ ਇਸ ਤਰੀਕੇ ਨਾਲ ਲਿਖਣਾ ਹੈ ਨਾ, ਕ੍ਰਾਸ ਕਰਕੇ, ਯਾਨੀ ਕਿ ਜੇ ਮੈਂ ਲਿਖਿਆ ਤੇ ਆਹ ਦੋ ਚੀਜ਼ਾਂ ਲਿਖਣੀਆਂ, ਠੀਕ ਹੈ, ਜਾਂ ਫਿਰ ਆਹ ਵਾਲੀਆਂ ਦੋ, ਕ੍ਰਾਸ ਲਿਖਣਾ ਨਾ। ਹੁਣ ਇਹਨਾਂ ਚੋਂ ਦੇਖ ਲਓ ਵੀ ਜਿਹੜੀ ਸੇਮ ਵੋਕੈਬਲਰੀ ਵਾਲੀ ਆ ਉਹ ਨਾ ਹੋਵੇ ਬਸ। ਪੀਸਫੁਲ ਇਨਵਾਇਰਨਮੈਂਟ, ਫੋਕਸ ਔਨ ਸਟੱਡੀ, ਲੈਸ ਪੋਲਿਊਸ਼ਨ, ਗ੍ਰੇਟ ਹੈਲਥ, ਮੋਰ ਮੋਰਲ ਵੈਲਿਊਜ਼, can be separated from parents due to busy lifestyle or from movement, more pollution, health, expensive और नहीं होगा। Most schools and universities attain better education, more facilities, better growth up to date with the world, lack modern facilities, may lack in knowledge। ਹੁਣ ਆ ਜਿਹੜੇ ਦੋਵੇਂ ਬਿਗ ਸਿਟੀਜ਼ ਤੇ ਐਡਵਾਂਟੇਜ ਤੇ ਕੰਟਰੀ ਸਾਈਡ ਦਾ ਡਿਸਐਡਵਾਂਟੇਜ ਲਗਭਗ ਸੇਮ ਹੀ ਹੋ ਰਿਹਾ ਵੀ ਮਾਡਰਨ ਫੈਸਿਲਿਟੀਜ਼ ਦੇ ਉੱਪਰ ਕੰਸਨਟਰੇਟ ਹੈ, ਇੱਥੇ ਵੀ ਫੈਸਿਲਿਟੀਜ਼ ਦੇ ਉੱਪਰ ਕੰਸਨਟਰੇਟ ਆ। ਜਿਹਨੂੰ ਤੇ ਫੈਸਿਲਿਟੀਜ਼ ਦੀ ਵੋਕੈਬ ਕਾਫੀ ਆਉਂਦੀ ਹੋਊਗੀ ਉਹ ਇਹ ਚੀਜ਼ ਨੂੰ ਅਟੈਂਪਟ ਕਰੇ। ਦੂਸਰੇ ਵਾਸਤੇ ਕੀ ਬੈਨੀਫੀਸ਼ੀਅਲ ਰਹੇਗਾ, ਆਹ ਵਾਲਾ ਚੀਜ਼ ਅਟੈਂਪਟ ਕਰਨੀ, ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਪੁਆਇੰਟਸ ਬਣੇ ਹੋਏ ਆ। ਯੈਸ ਸਰ। ਠੀਕ ਆ, ਹੁਣ ਆਪਾਂ ਇਹਦੇ ਉੱਤੇ ਕੰਸਨਟਰੇਟ ਕਰਦੇ ਹਾਂ ਸਿਰਫ। ਪਹਿਲਾਂ ਆਪਾਂ ਕੰਟਰੀ ਸਾਈਡ ਦਾ ਐਡਵਾਂਟੇਜ ਆਰਗੇਨਾਈਜ਼ ਕਰਦੇ ਹਾਂ। ਬੋਡੀ ਪੈਰਾਗ੍ਰਾਫ 1 ਡਿਵੈਲਪ ਹੋਊਗਾ ਉੱਥੇ। ਇਹਦਾ ਹੈਡਿੰਗ ਬਣਾ ਲੈਂਦੇ ਹਾਂ ਪਹਿਲਾਂ, ਪੀਸਫੁਲ ਐਂਡ friendly environment helps them to develop as a better human being। ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣਨ 'ਚ ਹੈਲਪ ਕਰੂਗੀ। ਠੀਕ ਹੈ, ਸਭ ਤੋਂ ਪਹਿਲਾਂ ਤੇ ਫਿਰ ਆਪਾਂ ਲਿਖ ਦਿੰਦੇ ਹਾਂ ਸਟੱਡੀ ਦੇ ਉੱਪਰ ਫੋਕਸ ਕਰ ਸਕਦੇ ਆ। ਉਸ ਤੋਂ ਬਾਅਦ no pollution and more motivation to exercise, keep them physically fit। Next, spending
time with older generation imparts good moral values। ठीक है, ये चीज लिख सकते हैं। moreover पा के and learn or involve in agricultural activities to grow food। ये चीज ਆਪਾਂ ਲਿਖ ਸਕਦੇ ਹਾਂ। ਹੁਣ ਇਹਦੀ ਇਸ ਤੋਂ ਬਾਅਦ एग्जाम्पल ਇਹਦੀ ਆ ਜਾਊਗੀ ਵੀ ਕੋਈ ਸਰਵੇ ਜਾਂ ਫਿਰ ਕੋਈ ਰਿਪੋਰਟ ਦੇ ਅਕੋਰਡਿੰਗ ਵੀ ਇੰਨੇ % ਜਿਹੜੇ ਬੱਚੇ ਆ ਗਰੋ ਅਪ ਹੋਏ ਆ ਵਿਲੇजेस ਦੇ ਵਿੱਚ ਤੇ ਉਹ ਜ਼ਿਆਦਾ ਬੈਟਰ ਉਹਨਾਂ ਦਾ ਜਿਹੜਾ ਹੋ ਜਾ ਕੇ ਹਾਈ ਪੇਸ਼ੈਂਸ and visit less to doctor compared to their counterparts in cities। ਹੁਣ ਆਪਾਂ ਇੱਥੇ ਮੇਨਲੀ ਫੋਕਸ ਕਿੱਥੇ ਕੀਤਾ ਸੀ ਡਿਵੈਲਪ ਐਜ਼ ਅ ਬੈਟਰ ਹਿਊਮਨ ਬੀਇੰਗ ਫਿਜ਼ੀਕਲੀ ਐਂਡ ਮੈਂਟਲੀ। ਸਟੱਡੀ ਤੇ ਫੋਕਸ ਨੋ ਪੋਲਿਊਸ਼ਨ ਮੋਟੀਵੇਸ਼ਨ ਐਕਸਰਸਾਈਜ਼ ਫਿਜ਼ੀਕਲੀ ਫਿਟ ਰਹਿੰਦੇ ਆ ਤੇ ਉਹਨਾਂ ਕੋਲ ਜ਼ਿਆਦਾ ਵਧੀਆ ਵੈਲਿਊਜ਼ ਹੁੰਦੀਆਂ। ਹੁਣ ਇੱਥੇ ਆਪਾਂ ਦੱਸਦੇ ਪਏ ਹਾਈ ਪੇਸ਼ੈਂਸ ਲੈਵਲ ਯਾਨੀ ਕਿ ਉਹ ਗੁੱਸਾ ਨਹੀਂ ਉਹਨਾਂ ਨੂੰ ਆਉਂਦਾ ਯਾਨੀ ਕਿ ਮੋਰਲ ਵੈਲਿਊਜ਼ ਉਹਨਾਂ 'ਚ ਵਧੀਆ ਆ। ਵਿਜ਼ਿਟ ਲੈਸ ਟੂ ਦ ਡਾਕਟਰ ਯਾਨੀ ਕਿ ਉਹ ਫਿਜ਼ੀਕਲੀ ਫਿਟ ਆ। ਸੇਮ ਚੀਜ਼ ਉਹ ਡਿਸਕ੍ਰਾਈਬ ਕਰਦੇ ਪਏ। ਕਲੀਅਰ? ਯੈਸ ਸਰ। ਬਸ ਹੁਣ ਆਪਾਂ ਲਿਖਣੀ ਹੈ ਡਿਸਐਡਵਾਂਟੇਜ। ਇਹ ਜੀ ਲਿਖ ਸਕਦੇ ਹਾਂ ਵੀ ਬਹੁਤ ਜ਼ਿਆਦਾ ਡਿਸਟਰਬੈਂਸ ਤੇ ਹੈਕਟਿਕ ਲਾਈਫ ਯਾਨੀ ਕਿ ਬਹੁਤ ਜ਼ਿਆਦਾ ਬਿਜ਼ੀ ਲਾਈਫ ਸ਼ਡਿਊਲ ਸਿਟੀਜ਼ ਦਾ ਉਹਨਾਂ ਨੂੰ ਉਸਦਾ ਇਦਾਂ ਦਾ ਬਣਾ ਦਿੰਦੇ ਵੀ ਉਹ ਮਸ਼ੀਨ ਵਾਂਗੂ ਕੰਮ ਕਰਨ ਤੇ ਬਿਨਾਂ ਕਿਸੇ ਇਮੋਸ਼ਨਸ ਤੋਂ। ਠੀਕ ਆ, ਹੁਣ ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਪੇਰੈਂਟਸ ਦਾ ਸ਼ਡਿਊਲ। ਠੀਕ ਆ, ਉਹਨਾਂ ਦਾ ਬਿਜ਼ੀ ਹੁੰਦਾ ਲੀਵਸ ਨੋ ਟਾਈਮ ਫॉर ਕੁਆਲਿਟੀ ਟਾਈਮ ਸਪੈਂਡ ਕਰ ਲਈ ਨਹੀਂ ਹੈਗਾ ਚਿਲਡਰਨ ਨਾਲ। ਹਾਂਜੀ, ਨੋ ਟਾਈਮ ਫॉर ਚਿਲਡਰਨ, ਜਿਹਦੇ ਨਾਲ ਹੋ ਕੀ ਰਿਹਾ ਵਾ ਲਰਨਸ ਔਨ देयर ਓਨ। ਜਿਹੜੇ ਚਿਲਡਰਨ ਆ ਆਪਣੇ ਆਪ ਸਿੱਖਦੇ ਆ ਤੇ ਉਹ ਕੁਝ ਵੀ ਸਿੱਖ ਸਕਦੇ ਆ। indulging only in modern equipments, ਸਿਰਫ ਮਾਡਰਨ ਇਕੁਇਪਮੈਂਟਸ ਯਾਨੀ ਕਿ ਗੇਮਸ ਵਗੈਰਾ ਕੰਪਿਊਟਰ ਵਗੈਰਾ ਇਹੋ ਹੀ ਚਲਾਉਣੇ ਆਉਂਦੇ ਨੇ। ਕਲੀਅਰ? ਸੈਕਿੰਡ ਆ ਹੈਲਥ ਉਹਨਾਂ ਦੀ, ਚਾਹੇ ਉਹ ਫਿਜ਼ੀਕਲ ਆ ਜਾਂ ਫਿਰ ਮੈਂਟਲੀ। ਹੈਲਥ ਉਹਨਾਂ ਦੀ
ਡਿਟੀਰੀਓਰੇਟ ਹੁੰਦੀ ਹੈ, ਖਰਾਬ ਹੁੰਦੀ ਆ ਡਿਊ ਟੂ ਪੋਲਿਊਸ਼ਨ। ਤੇ ਜਿਹੜਾ ਮੈਂਟਲ ਹੈਲਥ ਵਾਲਾ ਆ ਉਹ ਸੇਮ ਫੈਕਟਰ ਉੱਪਰ ਆ ਸਕਦਾ ਵੀ ਉਹਨਾਂ ਕੋਲ ਟਾਈਮ ਸਪੈਂਡ ਕਰਨ ਲਈ ਕੁਆਲਿਟੀ ਟਾਈਮ ਨਹੀਂ ਉਹਨਾਂ ਨੂੰ ਮਿਲਦਾ ਆਪਣੇ ਪੇਰੈਂਟਸ ਦਾ। ਇਹਦੀ ਐਗਜ਼ਾਮਪਲ ਫਿਰ ਤੁਸੀਂ ਖੁਦ ਡਿਵੈਲਪ ਕਰੋਗੇ, ਇਹਦੇ ਆਪੋਜ਼ਿਟ ਜੋ ਵੀ ਐਗਜ਼ਾਮਪਲ ਇੱਥੇ ਡਿਵੈਲਪ ਕਰਦੇ ਹੋ ਇਹਦੇ ਆਪੋਜ਼ਿਟ ਇੱਥੇ ਐਗਜ਼ਾਮਪਲ ਡਿਵੈਲਪ ਕਰਨੀ। ਕਲੀਅਰ ਹੈ ਇਹਦਾ ਵੀ ਹੁਣ? ਯੈਸ ਸਰ। ਉਹਨਾਂ ਦਾ ਸਟਰਕਚਰ ਇੱਕ ਵਾਰੀ ਫਿਰ ਦੇਖ ਲਈਏ ਆਪਾਂ। ਇੰਟਰੋਡਕਸ਼ਨ, ਪਹਿਲਾ ਸੈਂਟੈਂਸ ਆਏਗਾ ਪੈਰਾਫਰੇਜ਼ਿੰਗ, ਸੈਕੰਡ ਸੈਂਟੈਂਸ ਆਏਗਾ ਥੀਸਿਸ। ਇਹਦੇ ਵਿੱਚ ਦੋਵੇਂ ਦੱਸਣਾ ਆ ਐਗਰੀ ਕਰਦੇ ਪਿਓ ਜਾਂ ਫਿਰ ਡਿਸਐਗਰੀ ਕਰਦੇ ਪਿਓ। ਆਏ completely agree that I completely agree with this as। ਹੁਣ ਇੱਥੇ ਐਡਵਾਂਟੇਜ ਉਹਦਾ ਦੱਸ ਦੋਗੇ, then whereas ਫਿਰ disadvantages। ਜਿਹੜੇ academics ਵਾਲੇ ਆ ਉਹ simply ਲਿਖ ਸਕਦੇ ਆ completely agree with this view and represent the merits and demerits of this in upcoming paragraph। ਥਰਡ ਸਟੇਟਮੈਂਟ ਦੇ ਨਾਲ ਹੀ ਕਲੱਬ ਹੋ ਗਈ ਇੱਥੋਂ ਹੀ, ਜਿਹੜੀ ਆਪਾਂ ਲਿਖਦੇ ਹਾਂ ਆਊਟਲਾਈਨ ਸਟੇਟਮੈਂਟ। ਇਸ ਤੋਂ ਬਾਅਦ ਬੋਡੀ ਪੈਰਾਗ੍ਰਾਫ 1, ਜਿਹਦੇ ਵਿੱਚ ਸਭ ਤੋਂ ਪਹਿਲਾਂ ਲਿਖਣਾ ਐਡਵਾਂਟੇजेस, ਠੀਕ ਹੈ। ਫਿਰ ਇਹਨੂੰ ਐਕਸਪਲੇਨ ਕੀਤਾ, ਦੈਨ ਲਾਸਟ ਤੇ ਐਗਜ਼ਾਮਪਲ। ਹੁਣ ਜਿੱਦਾਂ ਆਪਾਂ ਕੱਲ ਸਟਰਕਚਰ ਕੀਤਾ ਹੈ ਐਡਵਾਂਟੇਜ ਐਕਸਪਲੇਨ ਫਿਰ ਐਗਜ਼ਾਮਪਲ, 5 ਸੈਂਟੈਂਸ ਬਣਾ ਕੇ ਉਦਾਂ ਵੀ ਕਰ ਸਕਦੇ ਹਾਂ। ਸਿੰਪਲੀ ਇਹ ਵੀ ਕਰ ਸਕਦੇ ਐਡਵਾਂਟੇਜ ਐਕਸਪਲੇਨ ਐਗਜ਼ਾਮਪਲ, ਐਡਵਾਂਟੇਜ ਐਕਸਪਲੇਨ ਐਗਜ਼ਾਮਪਲ। ਹੁਣ ਇੱਥੇ ਐਡਵਾਂਟੇਜ ਦੇਣੇ ਜਿਹਦੇ ਨਾਲ ਆਪਾਂ ਐਗਰੀ ਕਰਦੇ ਪਏ ਹਾਂ ਉਹਦੇ ਐਡਵਾਂਟੇਜ, ਐਗਰੀ ਵਿਊ ਦੇ। ਫਿਰ ਆਏਗਾ ਬੋਡੀ ਪੈਰਾਗ੍ਰਾਫ 2, ਇਹਦੇ ਵਿੱਚ ਸਭ ਤੋਂ ਪਹਿਲਾਂ ਡਿਸਐਡਵਾਂਟੇਜ ਨੈਗੇਟਿਵ ਦੇ, ਯਾਨੀ ਕਿ ਜਿਹਦੇ ਨਾਲ ਆਪਾਂ ਐਗਰੀ ਨਹੀਂ ਕੀਤੇ, ਡਿਸਐਗਰੀ ਵਿਊ ਦੇ। ਫਿਰ ਉਸ ਤੋਂ ਬਾਅਦ ਐਕਸਪਲੇਨ, ਵਾਸਤੇ ਐਗਜ਼ਾਮਪਲ, ਕਨਕਲੂਜਨ ਫਿਰ ਸਿੰਪਲੀ ਉਸੇ ਤਰੀਕੇ ਨਾਲ ਪੈਰਾਫਰੇਜ਼ਿੰਗ, point 1 explain 1, last point 2 explain 2। बस इतने अपना ओपिनियन जरूर ऐड ऑन करना इस तो पहला। क्लियर है सारे ਨੂੰ स्ट्रक्चर ਦਾ ਕੁਝ ਪ੍ਰੋਬਲਮ ਤਾਂ ਨਹੀਂ ਆਈ ਸਮਝਣ ਦੇ ਵਿੱਚ? ਸਰ ਓਪੀਨੀਅਨ ਦੋ ਥਾਵਾਂ ਤੇ ਐਕਸਪਲੇਨ ਕਰਨਾ ਪਏਗਾ ਕਿ ਇੰਟਰੋ ਚ ਤੇ ਕਨਕਲੂਜਨ ਚ? ਹਾਂਜੀ, ਦੋ ਜਗ੍ਹਾ ਤੇ। ਇੱਥੇ ਜਿੱਦਾਂ ਲਿਖਤਾ ਆਈ ਕੰਪਲੀਟਲੀ ਐਗਰੀ, ਜਦੋਂ ਆਪਾਂ ਕਨਕਲੂਜਨ ਦੇ ਵਿੱਚ ਓਪੀਨੀਅਨ ਲਿਖਣਾ ਹੁੰਦਾ ਆਪਾਂ ਕੋਸ਼ਿਸ਼ ਕਰਨੀ ਇਦਾਂ ਦੇ ਵਰਡ ਨਾ ਲਿਖੀਏ ਆਈ ਕੰਪਲੀਟਲੀ ਐਗਰੀ ਵਿਦ ਦਿਸ, ਆਈ ਓਪਾਈਨ ਵਿਦ ਦਿਸ। ਆਪਾਂ ਕਨਕਲੂਜਨ ਦੀ ਲੈਂਥ ਜਾਂ ਸੈਂਟੈਂਸਸ ਹੀ ਇਸ ਤਰੀਕੇ ਨਾਲ ਲਿਖਣੇ ਆ ਵੀ ਮੇਰਾ ਵਿਊ ਕਲੀਅਰ ਹੋ ਜਾਏ ਵੀ ਮੈਂ ਕਿਹਦੇ ਸਾਈਡ ਵੱਲ ਜਾ ਰਿਹਾ। ਠੀਕ ਹੈ ਸਰ। ਚਲੋ ਮੈਂ ਇਹਨੂੰ ਐਂਡ ਕਰਨ ਲੱਗਾ, ਫਿਰ ਇਹਦੇ ਫੋਟੋਗ੍ਰਾਫਸ ਮੈਂ ਤੁਹਾਨੂੰ ਭੇਜ ਦੂੰਗਾ ਸਾਰੇ। ਹੁਣ ਠੀਕ ਹੈ ਸਰ, ਥੈਂਕ ਯੂ। ਅਕੈਡਮਿਕਸ ਦਾ ਟਾਸਕ 1 ਸਟਾਰਟ ਕਰਦਾ।